ਮੈਂ ਆਪਣੀ ਮੰਮੀ ਨਾਲ ਰਹਿੰਦਾ ਸੀ। ਪਾਪਾ ਬਹੁਤ ਸਾਲ ਪਹਿਲਾਂ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੇ ਸਨ। ਮੇਰਾ ਇੱਕ ਵੱਡਾ ਭਾਈ ਵੀ ਸੀ ਜਿਸ ਦਾ ਵਿਆਹ ਹੋ ਚੁੱਕਿਆ ਸੀ। ਉਹ ਦੂਜੇ ਸ਼ਹਿਰ ਵਿੱਚ ਰਹਿੰਦੇ ਸਨ। ਉਹ ਅਕੈਡਮੀ ਵਿੱਚ ਟੀਚਰ ਸੀ। ਇੱਕ ਦਿਨ ਅਚਾਨਕ ਮੇਰੀ ਮੰਮੀ ਇੱਕ ਖੂਬਸੂਰਤ ਜਵਾਨ ਕੁੜੀ ਨੂੰ ਆਪਣੇ ਨਾਲ ਘਰ ਲੈ ਆਈ ਸੀ। ਉਹ ਕੁੜੀ ਦੇਖਣ ਵਿੱਚ ਮੈਨੂੰ ਬਹੁਤ ਮਾਸੂਮ ਲੱਗੀ ਸੀ, ਜੋ ਮੇਰੇ ਤੋਂ ਨਜ਼ਰਾਂ ਚੁਰਾਉਂਦੀ ਫਿਰ ਰਹੀ ਸੀ। ਉਸਦੇ ਆਉਣ ਨਾਲ ਮੰਮੀ ਨੂੰ ਬਹੁਤ ਆਰਾਮਦਾਰੀ ਹੋ ਗਈ ਸੀ। ਉਹਨਾਂ ਦਾ ਇਕੱਲਾਪਣ ਦੂਰ ਹੋ ਚੁੱਕਿਆ ਸੀ। ਮੇਰੀ ਵੀ ਉਸ ਕੁੜੀ ਨਾਲ ਕੋਈ ਖਾਸ ਗੱਲਬਾਤ ਨਹੀਂ ਹੁੰਦੀ ਸੀ, ਪਰ ਮੈਂ ਅਕਸਰ ਉਸ ਕੁੜੀ ਨੂੰ ਪਰਮਾਤਮਾ ਅੱਗੇ ਰੋਂਦੇ ਗਿੜਗਿੜਾਉਂਦੇ ਦੇਖਿਆ ਸੀ। ਉਹ ਇੱਕ ਸੰਸਕਾਰੀ ਕੁੜੀ ਸੀ। ਮੈਂ ਸ਼ੁਰੂ ਵਿੱਚ ਮੰਮੀ ਨਾਲ ਬਹੁਤ ਨਾਰਾਜ਼ ਹੋਇਆ ਸੀ ਕਿ ਉਹਨਾਂ ਨੇ ਇੱਕ ਅਣਜਾਣ ਕੁੜੀ ਨੂੰ ਆਪਣੇ ਘਰ ਵਿੱਚ ਰੱਖ ਲਿਆ, ਪਰ ਮੰਮੀ ਨੇ ਜਿੱਦ ਫੜ ਲਈ ਸੀ ਕਿ ਇਹ ਕੁੜੀ ਕਿਤੇ ਨਹੀਂ ਜਾਵੇਗੀ। ਉਸ ਕੁੜੀ ਨੇ ਛੇਤੀ ਹੀ ਮੰਮੀ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ਮੈਨੂੰ ਵੀ ਮੰਮੀ ਨਾਲ ਬਹਿਸ ਕਰਨਾ ਠੀਕ ਨਹੀਂ ਲੱਗਿਆ। ਉਹ ਕੁੜੀ ਹਰ ਵੇਲੇ ਘਰ ਦੇ ਕੰਮਕਾਰ ਕਰਦੀ ਨਜ਼ਰ ਆਉਂਦੀ ਸੀ। ਸਮਾਂ ਆਪਣੀ ਰਫ਼ਤਾਰ ਨਾਲ ਗੁਜ਼ਰ ਰਿਹਾ ਸੀ। ਉਹ ਕੁੜੀ ਹੁਣ ਸਾਡੇ ਘਰ ਦੀ ਮੈਂਬਰ ਬਣ ਚੁੱਕੀ ਸੀ। ਮੰਮੀ ਨੇ ਉਸਨੂੰ ਨੌਕਰਾਣੀ ਦੀ ਹੈਸੀਅਤ ਨਾਲ ਕਦੇ ਨਹੀਂ ਦੇਖਿਆ ਸੀ, ਬਲਕਿ ਮੰਮੀ ਤਾਂ ਹਰ ਮਾਮਲੇ ਵਿੱਚ ਉਸ ਕੁੜੀ ਨੂੰ ਅੱਗੇ ਰੱਖਦੀ। ਪਰ ਮਹੀਨੇ ਬਾਅਦ ਇੱਕ ਅਜਿਹੀ ਹਕੀਕਤ ਸਾਹਮਣੇ ਆਈ ਜਿਸ ਨੂੰ ਸੁਣਦੇ ਹੀ ਸਾਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਆਇਆ ਸੀ। ਉਹ ਕੁੜੀ ਇੰਨੀ ਗਿਰੀ ਹੋਈ ਹੋਵੇਗੀ, ਇਹ ਮੈਂ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇੱਕ ਦਿਨ ਤਬੀਅਤ ਜ਼ਿਆਦਾ ਖਰਾਬ ਹੋਣ 'ਤੇ ਜਦ ਉਸਨੂੰ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਕਿਹਾ ਕਿ ਉਹ ਪ੍ਰੈਗਨੈਂਟ ਹੈ। ਇਹ ਗੱਲ ਸੁਣ ਕੇ ਜਿਵੇਂ ਮੰਮੀ ਉੱਪਰ ਕੋਈ ਪਹਾੜ ਟੁੱਟ ਗਿਆ ਹੋਵੇ। ਮੰਮੀ ਨੂੰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ। ਉਹ ਹਲੇ ਵੀ ਸਭ ਕੁਝ ਝੂਠ ਸਮਝ ਰਹੀ ਸੀ। ਪਰ ਮੰਮੀ ਨੇ ਜਦੋਂ ਉਸ ਤੋਂ ਸੱਚ ਪੁੱਛਿਆ ਤਾਂ ਉਸ ਕੁੜੀ ਨੇ ਮੇਰਾ ਨਾਮ ਲੈ ਦਿੱਤਾ ਕਿ ਇਸ ਸਭ ਦਾ ਜ਼ਿੰਮੇਵਾਰ ਮੈਂ ਹਾਂ। ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਮੈਨੂੰ ਹੁਣ ਉਸ ਕੁੜੀ ਨਾਲ ਬਹੁਤ ਨਫ਼ਰਤ ਹੋ ਗਈ ਸੀ। ਮੈਂ ਤਾਂ ਉਸਨੂੰ ਮਾਸੂਮ ਸਮਝਦਾ ਸੀ, ਪਰ ਉਹ ਤਾਂ ਚਾਲਬਾਜ਼ ਕੁੜੀ ਸੀ। ਮੰਮੀ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਆਪਣੀ ਸਫਾਈ ਵਿੱਚ ਕੁਝ ਕਹਿਣਾ ਚਾਹੁੰਦਾ ਸੀ। ਮੈਂ ਘਬਰਾ ਗਿਆ ਸੀ ਅਤੇ ਸ਼ਾਇਦ ਇਹੀ ਘਬਰਾਹਟ ਮੰਮੀ ਦੇ ਸ਼ੱਕ ਨੂੰ ਯਕੀਨ ਵਿੱਚ ਬਦਲ ਗਈ ਸੀ। ਮੰਮੀ ਨੇ ਮੇਰੀ ਕੋਈ ਵੀ ਗੱਲ ਸੁਣਨ ਨੂੰ ਮਨਾ ਕਰ ਦਿੱਤਾ ਸੀ। ਮੈਂ ਉਲਝਣ ਵਿੱਚ ਪਿਆ ਹੋਇਆ ਸੀ ਕਿ ਕਿਉਂ ਇਸ ਕੁੜੀ ਨੇ ਮੇਰੇ ਉੱਪਰ ਝੂਠਾ ਇਲਜ਼ਾਮ ਲਗਾਇਆ ਹੈ। ਕੀ ਉਹ ਪੈਸਿਆਂ ਲਈ ਇਹ ਸਭ ਕੁਝ ਕਰ ਰਹੀ ਸੀ? ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੰਮੀ ਤਾਂ ਮੇਰੇ ਨਾਲ ਗੱਲ ਵੀ ਨਹੀਂ ਕਰ ਰਹੀ ਸੀ ਅਤੇ ਇਹ ਗੱਲ ਮੈਨੂੰ ਬਹੁਤ ਤਕਲੀਫ ਦੇ ਰਹੀ ਸੀ। ਮੰਮੀ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਦਾ ਮਾਣ ਤੋੜਿਆ ਹੈ, ਪਰ ਮੈਂ ਤਾਂ ਬੇਕਸੂਰ ਸੀ। ਮੈਂ ਸੋਚਿਆ ਕਿ ਕਿਉਂ ਨਾ ਉਸ ਕੁੜੀ ਤੋਂ ਹੀ ਜਾ ਕੇ ਪੁੱਛਾਂ ਕਿ ਉਹ ਇਹ ਸਭ ਕਿਉਂ ਕਰ ਰਹੀ ਹੈ। ਹਾਂ, ਮੰਨਿਆ ਕਿ ਪਹਿਲਾਂ ਮੈਨੂੰ ਉਸ ਕੁੜੀ ਦਾ ਸਾਡੇ ਘਰ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਸੀ, ਪਰ ਹੁਣ ਮੈਨੂੰ ਕੋਈ ਦਿੱਕਤ ਨਹੀਂ ਸੀ। ਹੁਣ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਉਹ ਇੱਥੇ ਖੁਸ਼ ਸੀ। ਫਿਰ ਅਚਾਨਕ ਉਸ ਕੁੜੀ ਨੇ ਮੇਰੇ ਉੱਪਰ ਅਜਿਹਾ ਇਲਜ਼ਾਮ ਕਿਉਂ ਲਗਾਇਆ? ਮੈਂ ਹੁਣ ਉਸ ਨਾਲ ਸਿੱਧੀ ਗੱਲ ਕਰਨ ਬਾਰੇ ਸੋਚਿਆ। ਮੈਂ ਘਰ ਆਇਆ ਤਾਂ ਉਹ ਕੁੜੀ ਮੈਨੂੰ ਰਸੋਈ ਵਿੱਚੋਂ ਬਾਹਰ ਆਉਂਦੀ ਨਜ਼ਰ ਆਈ। ਮੈਂ ਉਸ ਵੱਲ ਜਾ ਹੀ ਰਿਹਾ ਸੀ ਕਿ ਮੰਮੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਕਿ ਰੁਕ ਜਾ। ਮੇਰੇ ਪੈਰ ਰੁਕ ਗਏ। ਮੈਂ ਬੇਬਸੀ ਨਾਲ ਮੰਮੀ ਵੱਲ ਵੇਖਿਆ, ਜੋ ਕਿ ਗੁੱਸੇ ਨਾਲ ਮੈਨੂੰ ਦੇਖ ਰਹੀ ਸੀ। ਮੈਂ ਜਿਵੇਂ ਹੀ ਕੁਝ ਬੋਲਣਾ ਚਾਹਿਆ, ਮੰਮੀ ਮੇਰੇ ਤੋਂ ਪਹਿਲਾਂ ਹੀ ਬੋਲ ਪਈ ਕਿ ਅੱਜ ਸ਼ਾਮ ਨੂੰ ਤੇਰਾ ਵਿਆਹ ਹੈ। ਜੋ ਪਾਪ ਤੂੰ ਕੀਤਾ ਹੈ ਉਸ ਦੀ ਸਜ਼ਾ ਇਹੀ ਹੈ ਕਿ ਜਿਸ ਦੀ ਇੱਜ਼ਤ ਖਰਾਬ ਕੀਤੀ ਹੈ, ਹੁਣ ਉਸਨੂੰ ਆਪਣਾ ਨਾਮ ਦੇ। ਮੈਂ ਇਹ ਗੱਲ ਸੁਣ ਕੇ ਹੈਰਾਨੀ ਨਾਲ ਆਪਣੀ ਮੰਮੀ ਨੂੰ ਦੇਖ ਰਿਹਾ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ, ਜਦੋਂ ਕਿ ਮੰਮੀ ਤਾਂ ਆਪਣਾ ਫੈਸਲਾ ਸੁਣਾ ਕੇ ਜਾ ਚੁੱਕੀ ਸੀ। ਉਹ ਕੁੜੀ ਵੀ ਕਮਰੇ ਵੱਲ ਚਲੀ ਗਈ। ਮੈਨੂੰ ਪਤਾ ਸੀ ਕਿ ਮੇਰਾ ਕੋਈ ਕਸੂਰ ਨਹੀਂ ਹੈ। ਮੈਨੂੰ ਅਜਿਹੇ ਗੁਨਾਹ ਦੀ ਸਜ਼ਾ ਮਿਲ ਰਹੀ ਸੀ ਜੋ ਕਿ ਮੈਂ ਕੀਤਾ ਹੀ ਨਹੀਂ ਸੀ। ਮੰਮੀ ਨੇ ਮੇਰੀ ਇੱਕ ਨਾ ਚੱਲਣ ਦਿੱਤੀ ਅਤੇ ਸ਼ਾਮ ਨੂੰ ਜ਼ਬਰਦਸਤੀ ਮੇਰਾ ਵਿਆਹ ਉਸ ਨਾਲ ਕਰਵਾ ਦਿੱਤਾ। ਮੈਂ ਆਪਣੇ ਵਿਆਹ ਬਾਰੇ ਬਹੁਤ ਕੁਝ ਸੋਚਿਆ ਹੋਇਆ ਸੀ, ਪਰ ਜੋ ਵੀ ਸੋਚਿਆ ਸੀ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਵਿਆਹ ਹੁੰਦੇ ਹੀ ਮੈਂ ਘਰ ਤੋਂ ਨਿਕਲ ਗਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਕੁੜੀ ਚਾਹੁੰਦੀ ਕੀ ਹੈ। ਇਸ ਦਾ ਅਜਿਹਾ ਕਿਹੜਾ ਮਕਸਦ ਹੈ ਜਿਸ ਨੂੰ ਪੂਰਾ ਕਰਨ ਲਈ ਮੈਨੂੰ ਮੋਹਰਾ ਬਣਾ ਰਹੀ ਹੈ। ਇਹ ਗੱਲ ਤਾਂ ਸਾਫ਼ ਸੀ ਕਿ ਉਹ ਕਿਸੇ ਹੋਰ ਦਾ ਪਾਪ ਮੇਰੇ ਸਿਰ ਮੜਨਾ ਚਾਹੁੰਦੀ ਸੀ, ਜਾਂ ਸ਼ਾਇਦ ਇਹ ਵੀ ਉਸਦੇ ਪਲਾਨ ਦਾ ਹੀ ਹਿੱਸਾ ਹੋਵੇ। ਇਸ ਲਈ ਉਸਨੇ ਮੈਨੂੰ ਮੰਮੀ ਦੇ ਸਾਹਮਣੇ ਮੁਜਰਮ ਬਣਾ ਦਿੱਤਾ। ਮੈਂ ਤਾਂ ਮੰਮੀ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਨ ਲਾਇਕ ਵੀ ਨਹੀਂ ਰਿਹਾ ਸੀ। ਮੈਂ ਆਪਣੀਆਂ ਸੋਚਾਂ ਵਿੱਚ ਗੁੰਮ ਰਾਤ ਨੂੰ ਦੇਰ ਨਾਲ ਘਰ ਆਇਆ ਸੀ। ਮੈਂ ਕਮਰੇ ਵਿੱਚ ਗਿਆ ਤਾਂ ਉਹ ਕੁੜੀ ਉੱਥੇ ਹੀ ਮੌਜੂਦ ਸੀ, ਜੋ ਮੇਰੇ ਚਰਿੱਤਰ ਨੂੰ ਦਾਗਦਾਰ ਕਰ ਚੁੱਕੀ ਸੀ। ਗੁੱਸੇ ਨਾਲ ਮੇਰਾ ਸਿਰ ਫਟਣ ਵਾਲਾ ਹੋ ਰਿਹਾ ਸੀ। ਮੈਂ ਉਸਦੇ ਕੋਲ ਜਾਂਦੇ ਹੀ ਉਸਨੂੰ ਧੱਕਾ ਦੇ ਕੇ ਬੈੱਡ ਤੋਂ ਉਠਾਇਆ ਸੀ। ਉਹ ਸਿੱਧੇ ਮੂੰਹ ਦੇ ਬਲ ਜ਼ਮੀਨ 'ਤੇ ਜਾ ਗਿਰੀ।
ਮੈਨੂੰ ਆਪਣੀ ਇਸ ਹਰਕਤ 'ਤੇ ਕੋਈ ਸ਼ਰਮਿੰਦਗੀ ਨਹੀਂ ਸੀ। ਉਸ ਤੋਂ ਪਹਿਲਾਂ ਕਿ ਉਹ ਕੁੜੀ ਆਪਣੇ ਆਪ ਨੂੰ ਸੰਭਾਲਦੀ, ਮੈਂ ਉਸਨੂੰ ਉਸਦੇ ਇਸ ਖੇਲ ਬਾਰੇ ਸਵਾਲ ਕੀਤਾ, "ਮੈਂ ਤੇਰਾ ਕੀ ਵਿਗਾੜਿਆ ਸੀ? ਕਦੋਂ ਤੈਨੂੰ ਪਰੇਸ਼ਾਨ ਕੀਤਾ ਜਾਂ ਗੰਦੀਆਂ ਨਜ਼ਰਾਂ ਨਾਲ ਦੇਖਿਆ? ਤਾਂ ਫਿਰ ਤੂੰ ਕਿਉਂ ਮੈਨੂੰ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਗਿਰਾ ਦਿੱਤਾ?" ਮੈਂ ਉਸ ਕੁੜੀ ਤੋਂ ਜਵਾਬ ਚਾਹੁੰਦਾ ਸੀ, ਜੋ ਕਿ ਆਪਣੇ ਬੁੱਲ੍ਹਾਂ ਨੂੰ ਸਿਲ ਕੇ ਚੁੱਪਚਾਪ ਬੈਠੀ ਸੀ। ਮੈਨੂੰ ਇਸ ਗੱਲ ਨੇ ਹੋਰ ਭੜਕਾ ਦਿੱਤਾ ਸੀ। ਇੱਕ ਤਾਂ ਪਾਪ ਕਰ ਚੁੱਕੀ ਸੀ, ਉੱਪਰ ਤੋਂ ਇਹ ਘਟੀਆ ਇਲਜ਼ਾਮ ਵੀ ਮੇਰੇ ਸਿਰ 'ਤੇ ਹੀ ਮੜ੍ਹ ਦਿੱਤਾ ਸੀ, ਅਤੇ ਹੁਣ ਚੁੱਪ ਬੈਠੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। "ਮੈਂ ਕੁਝ ਪੁੱਛ ਰਿਹਾ ਹਾਂ, ਚੁੱਪ ਕਿਉਂ ਬੈਠੀ ਹੈ?" ਇਸ ਵਾਰ ਮੈਂ ਗੁੱਸੇ ਵਿੱਚ ਚੀਕਿਆ। ਹੁਣ ਜੋ ਸਫ਼ਾਈ ਮੇਰੀ ਥੋੜ੍ਹੀ ਦੇਰ ਪਹਿਲਾਂ ਬਣੀ ਪਤਨੀ ਨੇ ਦਿੱਤੀ, ਉਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਕੁੜੀ ਇਸ ਹੱਦ ਤੱਕ ਗਿਰ ਸਕਦੀ ਹੈ। ਉਸ ਪਾਪੀ ਪਤਨੀ ਨੇ ਇੱਕਦਮ ਹੀ ਮੇਰੇ ਪੈਰ ਫੜ ਲਏ ਅਤੇ ਕਹਿਣ ਲੱਗੀ ਕਿ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਦਿਓ, ਪਰ ਇਹ ਬੱਚਾ ਪੈਦਾ ਹੋਣ ਤੋਂ ਬਾਅਦ ਆਪਣੇ ਵੱਡੇ ਭਾਈ ਨੂੰ ਦੇ ਦਿਓ। ਬੱਚੇ ਨੂੰ ਉਸਦਾ ਬਾਪ ਹੀ ਉਹ ਪਿਆਰ ਦੇ ਸਕਦਾ ਹੈ। ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਤਾਂ ਮੈਂ ਅੱਗ ਬਬੂਲਾ ਹੋ ਗਿਆ ਸੀ। ਮੈਨੂੰ ਉਸ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਆਖਰ ਇਹ ਔਰਤ ਮੈਥੋਂ ਕਿਸ ਗਲਤੀ ਦਾ ਹਿਸਾਬ ਲੈ ਰਹੀ ਹੈ। ਮੈਂ ਇੱਕ ਝਟਕੇ ਵਿੱਚ ਉਸ ਨੂੰ ਆਪਣੇ ਸਾਹਮਣੇ ਖੜਾ ਕੀਤਾ ਅਤੇ ਸਖਤੀ ਨਾਲ ਪੁੱਛਿਆ ਕਿ ਇਹ ਕੀ ਬਕਵਾਸ ਕਰ ਰਹੀ ਹੈ? ਇਸ ਦੇ ਵਿੱਚ ਭਾਈ ਦਾ ਕੀ ਕਸੂਰ ਹੈ? ਤੂੰ ਕਿਉਂ ਸਭ ਨੂੰ ਬਰਬਾਦ ਕਰਨਾ ਚਾਹੁੰਦੀ ਹੈ? ਮੰਮੀ ਦੇ ਭਰੋਸੇ ਅਤੇ ਪਿਆਰ ਦਾ ਇਹ ਸਿਲਾ ਦੇ ਰਹੀ ਹੈ ਤੂੰ ਸਾਨੂੰ। ਪਰ ਉਹ ਤਾਂ ਬਸ ਆਪਣਾ ਮੂੰਹ ਬੰਦ ਕਰਕੇ ਬੈਠੀ ਸੀ। ਉਸ ਵੱਲੋਂ ਕੋਈ ਜਵਾਬ ਨਾ ਪਾ ਕੇ ਮੇਰਾ ਦਿਲ ਕੀਤਾ ਕਿ ਉਸ ਕੁੜੀ ਦਾ ਗਲਾ ਘੁੱਟ ਦਿਆਂ, ਪਰ ਮੈਂ ਚੁੱਪ ਰਿਹਾ ਅਤੇ ਕਮਰੇ ਤੋਂ ਬਾਹਰ ਚਲਾ ਗਿਆ। ਮੈਨੂੰ ਹੁਣ ਸੱਚਾਈ ਦਾ ਪਤਾ ਕਰਨਾ ਸੀ ਅਤੇ ਆਪਣੀ ਬੇਗੁਨਾਹੀ ਸਾਬਿਤ ਕਰਨੀ ਸੀ। ਅਗਲੀ ਸਵੇਰ ਮੈਂ ਮੰਮੀ ਦੇ ਉੱਠਣ ਤੋਂ ਪਹਿਲਾਂ ਹੀ ਦਫ਼ਤਰ ਚਲਾ ਗਿਆ। ਸਾਰਾ ਦਿਨ ਮੇਰੇ ਦਿਮਾਗ ਵਿੱਚ ਉਹੀ ਗੱਲਾਂ ਘੁੰਮਦੀਆਂ ਰਹੀਆਂ। ਮੇਰਾ ਦਮ ਘੁੱਟ ਰਿਹਾ ਸੀ। ਮੈਂ ਸੋਚਿਆ ਸੀ ਕਿ ਇੱਕ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਾਂਗਾ, ਪਰ ਕਿਸਮਤ ਨੇ ਇੱਕ ਅਜਿਹੀ ਕੁੜੀ ਨੂੰ ਮੇਰਾ ਹਮਸਫ਼ਰ ਬਣਾ ਦਿੱਤਾ ਸੀ, ਜੋ ਕਿ ਘਟੀਆ ਚਰਿੱਤਰ ਦੀ ਮਾਲਕਣ ਸੀ। ਰਾਤ ਨੂੰ ਦੇਰ ਨਾਲ ਘਰ ਗਿਆ ਤਾਂ ਮੇਰੇ ਕਮਰੇ ਵਿੱਚ ਆਉਂਦੇ ਹੀ ਮੇਰੀ ਪਾਪੀ ਪਤਨੀ ਮੇਰੇ ਲਈ ਪਾਣੀ ਦਾ ਗਲਾਸ ਲੈ ਆਈ। ਮੇਰਾ ਸਿਰ ਉਸ ਵੇਲੇ ਦਰਦ ਨਾਲ ਫਟ ਰਿਹਾ ਸੀ। ਮੈਂ ਇੱਕ ਨਜ਼ਰ ਆਪਣੀ ਪਤਨੀ ਨੂੰ ਦੇਖਿਆ ਅਤੇ ਉਹ ਗਲਾਸ ਉਸ ਤੋਂ ਲੈ ਕੇ ਜ਼ਮੀਨ 'ਤੇ ਦੇ ਮਾਰਿਆ। ਇਹ ਸਭ ਦੇਖ ਕੇ ਉਹ ਭੋਲੀ ਬਣੀ ਰਹੀ ਅਤੇ ਚੁੱਪ ਰਹੀ। ਉਸ ਵੇਲੇ ਅਚਾਨਕ ਮੰਮੀ ਵੀ ਮੇਰੇ ਕਮਰੇ ਵਿੱਚ ਆ ਗਈ। ਟੁੱਟਿਆ ਹੋਇਆ ਗਲਾਸ ਦੇਖ ਕੇ ਉਹ ਮਾਮਲਾ ਸਮਝ ਚੁੱਕੀ ਸੀ, ਪਰ ਉਹਨਾਂ ਨੇ ਮੇਰੇ ਨਾਲ ਗੱਲ ਕਰਨਾ ਬੰਦ ਕੀਤਾ ਹੋਇਆ ਸੀ, ਇਸ ਲਈ ਵਾਪਸ ਚਲੀ ਗਈ ਅਤੇ ਇਹ ਸਭ ਕੁਝ ਉਸੇ ਕੁੜੀ ਕਰਕੇ ਹੀ ਤਾਂ ਹੋ ਰਿਹਾ ਸੀ। ਮੈਨੂੰ ਨਵੇਂ ਸਿਰੇ ਤੋਂ ਉਸ ਕੁੜੀ ਨਾਲ ਨਫ਼ਰਤ ਹੋ ਚੁੱਕੀ ਸੀ, ਜੋ ਮੇਰੇ ਆਪਣਿਆਂ ਨੂੰ ਮੇਰੇ ਤੋਂ ਦੂਰ ਕਰ ਚੁੱਕੀ ਸੀ ਅਤੇ ਖੁਦ ਭੋਲੀ ਅਤੇ ਮਾਸੂਮ ਬਣ ਕੇ ਘੁੰਮ ਰਹੀ ਸੀ। ਮੈਂ ਇੱਕ ਗੁੱਸੇ ਭਰੀ ਨਜ਼ਰ ਨਾਲ ਆਪਣੀ ਪਤਨੀ ਨੂੰ ਦੇਖਿਆ ਅਤੇ ਬਾਥਰੂਮ ਵਿੱਚ ਚਲਾ ਗਿਆ। ਜਦੋਂ ਬਾਹਰ ਆਇਆ ਤਾਂ ਬੈੱਡ 'ਤੇ ਖਾਣਾ ਪਿਆ ਸੀ, ਜਿਸ ਨੂੰ ਦੇਖ ਕੇ ਮੇਰੇ ਮੱਥੇ 'ਤੇ ਵੱਟ ਪੈ ਗਏ। ਇਹ ਖਾਣਾ ਮੇਰੀ ਪਤਨੀ ਨੇ ਰੱਖਿਆ ਸੀ, ਪਰ ਇਹ ਸਭ ਕਰਕੇ ਉਹ ਕੀ ਸਮਝਦੀ ਸੀ ਕਿ ਮੇਰੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ? ਤਾਂ ਇਹ ਉਸਦੀ ਸਭ ਤੋਂ ਵੱਡੀ ਭੁੱਲ ਸੀ। ਮੈਂ ਖਾਣਾ ਚੁੱਕਿਆ ਅਤੇ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਟੇਬਲ 'ਤੇ ਰੱਖ ਦਿੱਤਾ। ਮੇਰੀ ਪਤਨੀ ਨੇ ਸਭ ਦੇਖਿਆ, ਪਰ ਉਹ ਚੁੱਪ ਰਹੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ। ਰਾਤ ਦਾ ਪਤਾ ਨਹੀਂ ਕਿਹੜਾ ਪਹਿਰ ਸੀ ਜਦੋਂ ਨੀਂਦ ਮੇਰੇ 'ਤੇ ਮਿਹਰਬਾਨ ਹੋਈ। ਅਗਲੇ ਸਵੇਰ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਮੇਰੀ ਪਤਨੀ ਕਮਰੇ ਵਿੱਚ ਨਹੀਂ ਸੀ। ਮੈਂ ਉੱਠਿਆ ਅਤੇ ਆਫਿਸ ਜਾਣ ਲਈ ਤਿਆਰ ਹੋਣ ਲੱਗਿਆ, ਪਰ ਜਿਵੇਂ ਹੀ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਮੰਮੀ ਨਾਸ਼ਤੇ ਦੇ ਟੇਬਲ 'ਤੇ ਬੈਠੀ ਸੀ। ਮੈਂ ਮੰਮੀ ਨੂੰ ਮੱਥਾ ਟੇਕਿਆ, ਪਰ ਮੰਮੀ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਮੂੰਹ ਦੂਜੇ ਪਾਸੇ ਕਰ ਲਿਆ। ਮੇਰਾ ਦਿਲ ਹੁਣ ਰੋਟੀ ਖਾਣ ਦਾ ਬਿਲਕੁਲ ਵੀ ਨਹੀਂ ਸੀ। ਇਸ ਦੀ ਵਜ੍ਹਾ ਮੇਰੀ ਪਤਨੀ ਸੀ, ਇਸ ਲਈ ਮੈਂ ਬਾਹਰ ਵੱਲ ਤੁਰ ਪਿਆ। ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਮੇਰੀ ਪਤਨੀ ਨੇ ਪਤਾ ਨਹੀਂ ਕਿਸ ਖੁਸ਼ਫਹਿਮੀ ਦੇ ਤਹਿਤ ਮੈਨੂੰ ਰੋਕਿਆ ਅਤੇ ਨਾਸ਼ਤਾ ਕਰਨ ਦੀ ਜਿੱਦ ਕਰਨ ਲੱਗੀ। ਮੈਂ ਮੁੜ ਕੇ ਉਸ ਵੱਲ ਗੁੱਸੇ ਨਾਲ ਵੇਖਿਆ, ਜੋ ਮੇਰੇ ਉੱਪਰ ਬਿਨਾਂ ਵਜ੍ਹਾ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਅਤੇ ਮੈਂ ਬਿਨਾਂ ਕੁਝ ਕਹੇ ਬਾਹਰ ਚਲਾ ਗਿਆ। ਮੇਰੇ ਆਫਿਸ ਦੇ ਕੰਮ ਵਿੱਚ ਦਿਲ ਨਹੀਂ ਲੱਗ ਰਿਹਾ ਸੀ। ਬਾਰ-ਬਾਰ ਮੰਮੀ ਦਾ ਰੁੱਸਿਆ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਰਿਹਾ ਸੀ। ਮੈਨੂੰ ਉਸ ਕੁੜੀ 'ਤੇ ਬਹੁਤ ਗੁੱਸਾ ਆ ਰਿਹਾ ਸੀ, ਜਿਸ ਦੇ ਝੂਠੇ ਇਲਜ਼ਾਮ ਨੇ ਮੰਮੀ ਨੂੰ ਮੇਰੇ ਨਾਲ ਨਾਰਾਜ਼ ਕਰ ਦਿੱਤਾ ਸੀ। ਮੇਰੀ ਮੰਮੀ ਮੈਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਹਨਾਂ ਦਾ ਗੁੱਸਾ ਹੋਰ ਨਹੀਂ ਸਹਿਣ ਕਰ ਸਕਦਾ ਸੀ। ਇਸ ਲਈ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਦੇਖਿਆ ਕਿ ਮੰਮੀ ਕੋਈ ਕਿਤਾਬ ਪੜ੍ਹ ਰਹੀ ਸੀ। ਮੈਂ ਮਾਂ ਦੇ ਪਿਆਰ ਲਈ ਤਰਸੀਆਂ ਹੋਈਆਂ ਨਜ਼ਰਾਂ ਨਾਲ ਮੰਮੀ ਨੂੰ ਦੇਖਿਆ, ਪਰ ਕਿਤਾਬ ਨੂੰ ਬੰਦ ਕਰਦੇ ਹੋਏ ਮੰਮੀ ਨੇ ਇੱਕ ਲੰਬਾ ਸਾਹ ਭਰਦੇ ਹੋਏ ਮੇਰੇ ਵੱਲ ਵੇਖਿਆ ਅਤੇ ਫਿਰ ਕਿਤਾਬ ਖੋਲ੍ਹ ਕੇ ਪੜ੍ਹਨ ਲੱਗੀ। ਮੇਰੀ ਮੰਮੀ ਉਹਨਾਂ ਵਿੱਚੋਂ ਨਹੀਂ ਸੀ ਜੋ ਆਪਣੇ ਬੱਚਿਆਂ ਦੀ ਹਰ ਗਲਤੀ 'ਤੇ ਪਰਦਾ ਪਾ ਦੇਣ, ਬਲਕਿ ਉਹ ਤਾਂ ਸਜ਼ਾ ਦਿੰਦੀ ਸੀ ਤਾਂ ਜੋ ਉਸਦੇ ਬੱਚੇ ਅਜਿਹੀ ਗਲਤੀ ਦੁਬਾਰਾ ਨਾ ਕਰਨ। ਇਸ ਲਈ ਅਸੀਂ ਕਦੇ ਵੀ ਮੰਮੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸੀ।
ਹੁਣ ਮੈਂ ਮੰਮੀ ਨੂੰ ਕਿਵੇਂ ਦੱਸਦਾ ਕਿ ਉਹਨਾਂ ਦੀ ਪਰਵਰਿਸ਼ ਵਿੱਚ ਕੋਈ ਖੋਟ ਨਹੀਂ ਹੈ, ਬਲਕਿ ਉਹਨਾਂ ਦਾ ਕੀਤਾ ਗਿਆ ਤਰਸ ਜੋ ਕਿ ਉਹਨਾਂ ਨੇ ਉਸ ਕੁੜੀ ਤੇ ਕੀਤਾ ਸੀ, ਉਹ ਮੇਰੇ ਗਲ ਪੈ ਗਿਆ ਸੀ। ਮੈਂ ਉਦਾਸ ਹੋ ਕੇ ਕਮਰੇ ਤੋਂ ਬਾਹਰ ਆ ਗਿਆ। ਜਿਵੇਂ ਹੀ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਮੇਰੀ ਨਜ਼ਰ ਆਪਣੀ ਪਤਨੀ ਤੇ ਪਈ, ਜੋ ਈਸ਼ਵਰ ਦੀ ਮੂਰਤੀ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੀ ਸੀ। ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਕਿਸੇ ਤੇ ਇਲਜ਼ਾਮ ਲਗਾ ਕੇ ਉਹ ਕਿਵੇਂ ਇੰਨੇ ਸਕੂਨ ਨਾਲ ਰੱਬ ਨੂੰ ਮੱਥਾ ਟੇਕ ਸਕਦੀ ਹੈ। ਕੀ ਉਸ ਦੀ ਪ੍ਰਾਰਥਨਾ ਰੱਬ ਸਵੀਕਾਰ ਕਰੇਗਾ? ਮੈਂ ਨਿੰਦਾ ਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਅਤੇ ਕੱਪੜੇ ਬਦਲਣ ਚਲਾ ਗਿਆ। ਮੈਂ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ। ਉਸ ਦੀ ਘਰ ਵਿੱਚ ਮੌਜੂਦਗੀ ਮੈਂ ਬਸ ਮੰਮੀ ਕਰਕੇ ਬਰਦਾਸ਼ਤ ਕਰ ਰਿਹਾ ਸੀ, ਨਹੀਂ ਤਾਂ ਕਦੋਂ ਦਾ ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ। ਕੱਪੜੇ ਬਦਲ ਕੇ ਮੈਂ ਮੰਮੀ ਨੂੰ ਮਨਾਉਣ ਦੀ ਨੀਤ ਨਾਲ ਕਮਰੇ ਵਿੱਚੋਂ ਜਾਣ ਲੱਗਿਆ ਤਾਂ ਮੇਰੀ ਪਤਨੀ ਨੇ ਮੈਨੂੰ ਆਵਾਜ਼ ਲਗਾਈ ਅਤੇ ਕਿਹਾ, ਖਾਣਾ ਖਾ ਲਵੋ, ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ ਹੈ। ਮੈਂ ਗੁੱਸੇ ਵਿੱਚ ਚੀਕਦੇ ਹੋਏ ਉਸਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ ਤਾਂ ਮੰਮੀ ਵੀ ਕਮਰੇ ਵਿੱਚ ਆ ਗਈ ਅਤੇ ਮੈਨੂੰ ਦੇਖ ਕੇ ਗੁੱਸੇ ਵਿੱਚ ਬੋਲੀ, ਰੋਟੀ ਨਾ ਖਾ ਕੇ ਕੀ ਸਾਬਿਤ ਕਰਨਾ ਚਾਹੁੰਦਾ ਹੈ ਕਿ ਤੂੰ ਬੇਕਸੂਰ ਹੈ? ਪਹਿਲਾਂ ਹੀ ਤੂੰ ਉਸ ਬੱਚੀ ਦੀ ਇੱਜ਼ਤ ਖਰਾਬ ਕਰ ਦਿੱਤੀ ਅਤੇ ਮੈਨੂੰ ਮੇਰੀਆਂ ਹੀ ਨਜ਼ਰਾਂ ਵਿੱਚ ਗਿਰਾ ਦਿੱਤਾ ਹੈ। ਕਿੰਨੇ ਦਿਨਾਂ ਤੋਂ ਦੇਖ ਰਹੀ ਹਾਂ ਤੈਨੂੰ। ਆਖਰ ਰੋਜ਼-ਰੋਜ਼ ਇਹ ਤਮਾਸ਼ੇ ਕਰਕੇ ਕੀ ਸਾਬਿਤ ਕਰਨਾ ਚਾਹੁੰਦਾ ਹੈ? ਇੱਜ਼ਤ ਨਾਲ ਸਿਰ ਚੁੱਕਣ ਦੇ ਕਾਬਿਲ ਤਾਂ ਤੂੰ ਛੱਡਿਆ ਹੀ ਨਹੀਂ। ਘੱਟੋ ਘੱਟ ਹੁਣ ਮੈਨੂੰ ਇੱਜ਼ਤ ਦੀ ਮੌਤ ਤਾਂ ਨਸੀਬ ਹੋਣ ਦੇ, ਉਸ ਤੋਂ ਬਾਅਦ ਜੋ ਚਾਹੇ ਕਰਦਾ ਰਹੀ। ਮੰਮੀ ਦੀ ਗੱਲ ਸੁਣ ਕੇ ਮੈਂ ਤੜਪ ਹੀ ਗਿਆ। ਮੰਮੀ, ਇੰਜ ਨਾ ਕਹੋ, ਮੈਂ ਕੁਝ ਨਹੀਂ ਕੀਤਾ। ਇਹ ਕੁੜੀ ਝੂਠ ਬੋਲ ਰਹੀ ਹੈ। ਇਸਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਇਆ ਹੈ। ਤੁਸੀਂ ਤਾਂ ਮੇਰੇ ਤੇ ਯਕੀਨ ਕਰੋ। ਮੈਂ ਬੇਬਸੀ ਨਾਲ ਬੋਲ ਰਿਹਾ ਸੀ। ਮੰਮੀ ਨੇ ਮੇਰੀ ਗੱਲ ਸੁਣੀ ਅਤੇ ਕਿਹਾ, ਇਸ ਮਾਸੂਮ ਨੂੰ ਕੀ ਮਿਲੇਗਾ ਇਹ ਸਭ ਕਰਕੇ? ਮੈਂ ਕੋਈ ਜਵਾਬ ਨਹੀਂ ਦਿੱਤਾ। ਮੈਂ ਹੁਣ ਥੱਕ ਚੁੱਕਿਆ ਸੀ। ਅਚਾਨਕ ਮੈਂ ਮੰਮੀ ਦੇ ਪੈਰਾਂ ਵਿੱਚ ਬੈਠ ਗਿਆ ਅਤੇ ਰੋਂਦੇ ਹੋਏ ਉਹਨਾਂ ਤੋਂ ਆਪਣੇ ਨਾ ਕੀਤੇ ਜੁਰਮ ਦੀ ਮਾਫ਼ੀ ਮੰਗਣ ਲੱਗਾ। ਉਸ ਵੇਲੇ ਮੈਨੂੰ ਬਸ ਮੇਰੀ ਮੰਮੀ ਪਿਆਰੀ ਸੀ। ਮਾਂ ਤਾਂ ਮਾਂ ਹੁੰਦੀ ਹੈ, ਬੱਚਿਆਂ ਦੀ ਹਰ ਛੋਟੀ ਬੜੀ ਗਲਤੀ ਮਾਫ਼ ਕਰ ਦਿੰਦੀ ਹੈ। ਮੰਮੀ ਵੀ ਪਿਘਲ ਗਈ। ਉਹਨਾਂ ਨੇ ਮੈਨੂੰ ਜੱਫੀ ਪਾਈ ਅਤੇ ਰੋਣ ਲੱਗੀ। ਉਸ ਤੋਂ ਬਾਅਦ ਮੈਂ ਮੰਮੀ ਦੇ ਹੱਥੋਂ ਰੋਟੀ ਖਾਈ। ਮੈਂ ਤਾਂ ਇੰਨੇ ਵਿੱਚ ਹੀ ਖੁਸ਼ ਸੀ। ਮੈਂ ਜਾਣਦਾ ਸੀ ਕਿ ਮੇਰੀ ਮੰਮੀ ਬਹੁਤ ਰਹਿਮਦਿਲ ਅਤੇ ਅਸੂਲਾਂ ਦੀ ਪੱਕੀ ਹੈ, ਇਸ ਲਈ ਮੈਂ ਉਹਨਾਂ ਦੇ ਅੱਗੇ ਉਸ ਵੇਲੇ ਸਿਰ ਝੁਕਾ ਲਿਆ। ਪਰ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਸ ਕੁੜੀ ਦੀ ਸੱਚਾਈ ਆਪਣੀ ਮੰਮੀ ਦੇ ਸਾਹਮਣੇ ਲਿਆ ਕੇ ਹੀ ਰਹਾਂਗਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਦੇਵਾਂਗਾ। ਇਸ ਲਈ ਮੈਂ ਫਿਲਹਾਲ ਚੁੱਪ ਰਹਿਣਾ ਹੀ ਠੀਕ ਸਮਝਿਆ ਅਤੇ ਉਸ ਬੱਚੇ ਦਾ ਦੁਨੀਆ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਹੁਣ ਮੇਰਾ ਮਨ ਸ਼ਾਂਤ ਹੋ ਚੁੱਕਿਆ ਸੀ, ਕਿਉਂਕਿ ਹੁਣ ਮੰਮੀ ਮੇਰੇ ਨਾਲ ਨਾਰਾਜ਼ ਨਹੀਂ ਸੀ। ਹੁਣ ਮੈਂ ਉਸ ਕੁੜੀ ਦਾ ਰਾਜ਼ ਪਤਾ ਕਰਨਾ ਸੀ। ਮੈਂ ਅਕਸਰ ਆਪਣੀ ਪਤਨੀ ਨੂੰ ਰਾਤਾਂ ਨੂੰ ਉੱਠ ਕੇ ਦੇਖਦਾ। ਉਹ ਉੱਪਰ ਨੂੰ ਮੂੰਹ ਕਰਕੇ ਬਸ ਅੰਦਰ ਹੀ ਅੰਦਰ ਰੋਂਦੀ ਰਹਿੰਦੀ। ਸ਼ਾਇਦ ਉਹ ਆਪਣੇ ਕੀਤੇ ਦੀ ਰੱਬ ਤੋਂ ਮਾਫ਼ੀ ਮੰਗਦੀ ਸੀ। ਪਰ ਜੇਕਰ ਉਹ ਇੰਨੀ ਹੀ ਸੱਚੀ ਸੀ ਤਾਂ ਉਸਨੇ ਮੇਰੇ ਨਾਲ ਉਹ ਸਭ ਕੀਤਾ ਹੀ ਕਿਉਂ ਸੀ? ਅੱਜ ਵੀ ਉਹ ਸਵੇਰੇ 4 ਵਜੇ ਦੀ ਉੱਠੀ ਹੋਈ ਸੀ ਅਤੇ ਹੌਂਕੇ ਲੈ ਲੈ ਕੇ ਰੋ ਰਹੀ ਸੀ। ਮੈਂ ਉਸਨੂੰ ਦੇਖ ਰਿਹਾ ਸੀ। ਮੇਰੇ ਦਿਲ ਵਿੱਚ ਇੱਕ ਖਿਆਲ ਆ ਕੇ ਗੁਜ਼ਰ ਗਿਆ ਕਿ ਮੇਰੀ ਪਤਨੀ ਨੇ ਮੇਰੇ ਭਾਈ ਦਾ ਨਾਮ ਕਿਉਂ ਲਿਆ ਸੀ। ਕਿਤੇ ਭਾਈ ਨੇ ਤਾਂ ਹੀ ਉਸ ਨਾਲ ਕੁਝ ਗਲਤ ਤਾਂ ਨਹੀਂ ਕੀਤਾ। ਪਰ ਅਜਿਹਾ ਕਿਵੇਂ ਹੋ ਸਕਦਾ ਹੈ? ਭਾਈ ਤਾਂ ਭਾਬੀ ਨੂੰ ਪਿਆਰ ਕਰਦੇ ਹਨ ਅਤੇ ਉਹ ਦੋਵੇਂ ਇੱਕ ਖੁਸ਼ਹਾਲ ਜ਼ਿੰਦਗੀ ਵੀ ਗੁਜ਼ਾਰ ਰਹੇ ਹਨ। ਪਰ ਪਤਾ ਨਹੀਂ ਕਿਉਂ ਇੱਕ ਸ਼ੱਕ ਮੇਰੇ ਦਿਲ ਵਿੱਚ ਕੁੰਡਲੀ ਮਾਰ ਕੇ ਬੈਠ ਗਿਆ ਸੀ। ਮੈਨੂੰ ਜਲਦੀ ਉਸਦੀ ਹਕੀਕਤ ਸਾਹਮਣੇ ਲੈ ਕੇ ਆਉਣੀ ਸੀ। ਮੈਂ ਉਸਦਾ ਇਹ ਖੇਲ ਜਲਦੀ ਖਤਮ ਕਰਨਾ ਚਾਹੁੰਦਾ ਸੀ। ਉਹ ਚੰਗੀ ਬਣਨ ਦਾ ਨਾਟਕ ਕਰਕੇ ਮੰਮੀ ਅਤੇ ਬਾਕੀ ਸਭ ਦੀ ਹਮਦਰਦੀ ਲੈਣਾ ਚਾਹੁੰਦੀ ਸੀ। ਉਹ ਖੁਦਗਰਜ਼ ਸੀ। ਮੈਨੂੰ ਤਾਂ ਲੱਗਣ ਲੱਗਿਆ ਸੀ ਕਿ ਉਹ ਸਾਡੀ ਦੌਲਤ ਕਰਕੇ ਇਹ ਸਭ ਕੁਝ ਕਰ ਰਹੀ ਹੈ। ਉਹ ਮੰਮੀ ਦੇ ਜਜ਼ਬਾਤਾਂ ਨਾਲ ਵੀ ਖੇਲ ਰਹੀ ਸੀ। ਮੰਮੀ ਨੇ ਉਸਨੂੰ ਛੱਤ ਵੀ ਦਿੱਤੀ ਅਤੇ ਇੱਜ਼ਤ ਵੀ, ਪਰ ਉਸਨੇ ਕੀ ਕੀਤਾ? ਮੇਰੇ ਉੱਪਰ ਇੰਨਾ ਬੁਰਾ ਇਲਜ਼ਾਮ ਲਗਾ ਦਿੱਤਾ। ਪਰ ਹੁਣ ਸਮਾਂ ਦੂਰ ਨਹੀਂ ਸੀ। ਹੁਣ ਉਸਦੀ ਹਕੀਕਤ ਸਾਹਮਣੇ ਆਉਣ ਵਾਲੀ ਸੀ। ਸਮਾਂ ਲੰਘਿਆ। ਮੇਰੀ ਪਤਨੀ ਨੇ ਇੱਕ ਬਹੁਤ ਹੀ ਖੂਬਸੂਰਤ ਬੇਟੇ ਨੂੰ ਜਨਮ ਦਿੱਤਾ। ਕਿਉਂਕਿ ਮੈਨੂੰ ਆਪਣੀ ਪਤਨੀ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਮੈਨੂੰ ਉਸ ਬੱਚੇ ਦੇ ਹੋਣ ਨਾ ਹੋਣ ਨਾਲ ਵੀ ਕੋਈ ਖਾਸ ਫਰਕ ਨਹੀਂ ਪਿਆ ਸੀ। ਉਹ ਕਿਹੜਾ ਮੇਰਾ ਬੱਚਾ ਸੀ ਜੋ ਮੈਂ ਉਸਨੂੰ ਪਿਆਰ ਕਰਦਾ। ਉਹ ਤਾਂ ਮੇਰੀ ਪਤਨੀ ਦਾ ਪਾਪ ਸੀ, ਜਿਸਨੂੰ ਉਹ ਮੇਰੇ ਸਿਰ ਤੇ ਥੋਪ ਚੁੱਕੀ ਸੀ। ਮੇਰੀ ਮੰਮੀ ਦੇ ਤਾਂ ਪੈਰ ਜ਼ਮੀਨ ਤੇ ਨਹੀਂ ਟਿਕ ਰਹੇ ਸਨ। ਉਹ ਭੋਲੀ ਤਾਂ ਇਹੀ ਸਮਝ ਰਹੀ ਸੀ ਕਿ ਇਹ ਮੇਰਾ ਬੱਚਾ ਹੈ, ਪਰ ਸੱਚਾਈ ਤਾਂ ਮੈਂ ਅਤੇ ਮੇਰੀ ਪਤਨੀ ਹੀ ਜਾਣਦੇ ਸੀ। ਮੈਂ ਆਪਣੀ ਪਤਨੀ, ਮੰਮੀ ਅਤੇ ਬੱਚੇ ਨੂੰ ਲੈ ਕੇ ਘਰ ਆ ਗਿਆ। ਪਰ ਅਗਲੇ ਦਿਨ ਮੈਂ ਬਹਾਨੇ ਨਾਲ ਹਸਪਤਾਲ ਚਲਾ ਗਿਆ, ਕਿਉਂਕਿ ਮੈਨੂੰ ਉੱਥੋਂ DNA ਰਿਪੋਰਟ ਲੈਣੀ ਸੀ। ਮੈਂ ਚੋਰੀ ਛੁਪੇ ਉਸ ਬੱਚੇ ਦਾ ਅਤੇ ਆਪਣਾ DNA ਟੈਸਟ ਕਰਵਾ ਲਿਆ ਸੀ ਅਤੇ ਰਿਪੋਰਟ ਵਿੱਚ ਉਹੀ ਆਇਆ ਸੀ ਜੋ ਮੈਂ ਸਭ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਤਲਬ ਉਹ ਬੱਚਾ ਮੇਰਾ ਨਹੀਂ ਸੀ। ਮੈਂ ਇਹ ਦੇਖ ਕੇ ਬਹੁਤ ਖੁਸ਼ ਹੋਇਆ
ਕਿ ਹੁਣ ਤਾਂ ਮੇਰੇ ਕੋਲ ਸਬੂਤ ਵੀ ਹੈ। ਹੁਣ ਮੇਰੀ ਪਤਨੀ ਦਾ ਖੇਲ ਖਤਮ ਹੋ ਗਿਆ ਸੀ। ਬਸ ਮੰਮੀ ਨੂੰ ਉਹ ਰਿਪੋਰਟ ਦਿਖਾਉਣ ਦੀ ਦੇਰ ਸੀ। ਮੈਂ ਜਲਦੀ ਹੀ ਘਰ ਵੱਲ ਰਵਾਨਾ ਹੋ ਗਿਆ ਅਤੇ ਸਿੱਧਾ ਮੰਮੀ ਦੇ ਕਮਰੇ ਵਿੱਚ ਗਿਆ, ਜਿੱਥੇ ਮੰਮੀ ਆਪਣੇ ਚਿਹਰੇ 'ਤੇ ਦੁਨੀਆ ਭਰ ਦਾ ਸਕੂਨ ਲੈ ਕੇ ਬੈਠੀ ਹੋਈ ਸੀ। ਮੈਂ ਕਿਹਾ, ਮੰਮੀ, ਅੱਜ ਮੈਂ ਤੁਹਾਨੂੰ ਇੱਕ ਸੱਚਾਈ ਦੱਸਣਾ ਚਾਹੁੰਦਾ ਹਾਂ। ਮੈਂ ਮੰਮੀ ਦਾ ਹੱਥ ਫੜ ਕੇ ਕਿਹਾ, ਮੰਮੀ, ਇਹ ਬੱਚਾ। ਹਾਲੇ ਮੈਂ ਕੁਝ ਕਹਿੰਦਾ ਕਿ ਮੰਮੀ ਬੋਲ ਪਈ, ਹਾਂ ਮੇਰੇ ਬੱਚੇ, ਮੈਂ ਜਾਣਦੀ ਹਾਂ, ਇਹ ਬੱਚਾ ਹੁਣ ਤੇਰਾ ਨਹੀਂ ਹੈ। ਤੇਰੀ ਪਤਨੀ ਬਹੁਤ ਵੱਡੇ ਦਿਲ ਦੀ ਮਾਲਕ ਹੈ। ਉਸ ਦੀ ਕਦਰ ਕਰ। ਉਸ ਵਰਗੀਆਂ ਕੁੜੀਆਂ ਬਹੁਤ ਘੱਟ ਮਿਲਦੀਆਂ ਹਨ ਜੋ ਕਿ ਆਪਣੀ ਔਲਾਦ ਕਿਸੇ ਨੂੰ ਦੇ ਦੇਣ। ਮੈਨੂੰ ਮੰਮੀ ਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸਨ। ਉਹ ਕੀ ਕਹਿਣਾ ਚਾਹੁੰਦੀ ਸੀ, ਪਰ ਮੰਮੀ ਦੀ ਅਗਲੀ ਗੱਲ ਸੁਣ ਕੇ ਮੈਨੂੰ ਸਭ ਸਮਝ ਆ ਗਿਆ ਸੀ ਕਿ ਇਸ ਵਾਰ ਵੀ ਮੇਰੀ ਪਤਨੀ ਨੇ ਬਹੁਤ ਚੰਗੀ ਚਾਲ ਚੱਲੀ ਸੀ। ਮੰਮੀ ਨੇ ਕਿਹਾ, ਬੇਟੇ, ਤੇਰੀ ਪਤਨੀ ਨੇ ਆਪਣਾ ਬੱਚਾ ਤੇਰੇ ਵੱਡੇ ਭਾਈ ਨੂੰ ਦੇ ਦਿੱਤਾ ਹੈ। ਮੇਰਾ ਤਾਂ ਦਿਮਾਗ ਹੀ ਚਕਰਾ ਗਿਆ। ਮੈਂ ਮੰਮੀ ਨੂੰ ਉਹ ਰਿਪੋਰਟ ਦਿਖਾਈ ਅਤੇ ਦੱਸਿਆ ਕਿ ਉਸ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਉਹ ਬੱਚਾ ਮੇਰਾ ਨਹੀਂ ਹੈ। ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਦੁਬਾਰਾ ਟੈਸਟ ਕਰਵਾ ਲੈਂਦੇ ਹਾਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਹ ਝੂਠ ਬੋਲ ਰਹੀ ਹੈ, ਪਰ ਤੁਸੀਂ ਮੇਰਾ ਯਕੀਨ ਨਹੀਂ ਕੀਤਾ। ਮੰਮੀ ਹੈਰਾਨ ਹੋ ਕੇ ਉਹ ਰਿਪੋਰਟ ਦੇਖਣ ਲੱਗੀ ਅਤੇ ਫਿਰ ਅਚਾਨਕ ਹੀ ਮੇਰੇ ਕਮਰੇ ਵੱਲ ਗਈ ਅਤੇ ਮੇਰੀ ਪਤਨੀ ਨੂੰ ਰਿਪੋਰਟ ਦਿਖਾ ਕੇ ਸੱਚ ਦੱਸਣ ਲਈ ਕਿਹਾ। ਤਾਂ ਅਚਾਨਕ ਰੋਂਦੇ ਹੋਏ ਉਸਨੇ ਮੰਮੀ ਦੇ ਪੈਰ ਫੜ ਲਏ ਅਤੇ ਕਹਿਣ ਲੱਗੀ, ਇਹ ਸਭ ਸੱਚ ਹੈ। ਮੈਂ ਇਹਨਾਂ 'ਤੇ ਝੂਠਾ ਇਲਜ਼ਾਮ ਲਗਾਇਆ ਸੀ। ਇਹ ਬੱਚਾ ਇਹਨਾਂ ਦਾ ਨਹੀਂ ਹੈ। ਇਸ ਤੋਂ ਬਾਅਦ ਉਸਨੇ ਸਾਰੀ ਹਕੀਕਤ ਸਾਨੂੰ ਦੱਸ ਦਿੱਤੀ, ਜਿਸ ਨੂੰ ਸੁਣ ਕੇ ਮੇਰੇ ਅਤੇ ਮੇਰੀ ਮੰਮੀ ਦੇ ਹੋਸ਼ ਉੱਡ ਗਏ ਸੀ। ਉਸਨੇ ਦੱਸਿਆ ਕਿ ਉਹ ਇੱਕ ਗਰੀਬ ਮਾਂ-ਬਾਪ ਦੀ ਕੁੜੀ ਸੀ, ਘਰ ਕਿਰਾਏ ਦਾ ਸੀ। ਮਾਂ-ਬਾਪ ਦੀ ਅਚਾਨਕ ਹਾਦਸੇ ਵਿੱਚ ਮੌਤ ਤੋਂ ਬਾਅਦ ਕਿਰਾਏਦਾਰ ਨੇ ਖੁਸ਼ੀ-ਖੁਸ਼ੀ ਕਿਰਾਇਆ ਮਾਫ਼ ਕਰ ਦਿੱਤਾ ਸੀ। ਮੈਂ ਸੋਚ ਲਿਆ ਸੀ ਕਿ ਹੁਣ ਕੰਮ ਕਰਾਂਗੀ ਤਾਂ ਜੋ ਗੁਜ਼ਾਰਾ ਕਰ ਸਕਾਂ, ਪਰ ਉਸ ਕਿਰਾਏਦਾਰ ਨੇ ਉਸ ਰਾਤ ਮੇਰੀ ਇੱਜ਼ਤ ਖਰਾਬ ਕਰ ਦਿੱਤੀ ਅਤੇ ਕਿਹਾ ਕਿ ਹੁਣ ਉਹ ਰੋਜ਼ ਆਇਆ ਕਰੇਗਾ। ਉਸਦੇ ਜਾਂਦੇ ਹੀ ਮੈਂ ਆਪਣਾ ਜ਼ਰੂਰੀ ਸਮਾਨ ਚੁੱਕ ਕੇ ਉੱਥੋਂ ਭੱਜ ਗਈ ਸੀ। 2 ਦਿਨ ਸੜਕ 'ਤੇ ਮੰਗਦੇ ਹੋਏ ਗੁਜ਼ਰੇ ਤਾਂ ਹਰ ਇਨਸਾਨ ਦੇ ਚਿਹਰੇ ਦੇ ਪਿੱਛੇ ਛੁਪੇ ਹੋਏ ਜਾਨਵਰ ਨੂੰ ਦੇਖ ਕੇ ਆਤਮਾ ਤੱਕ ਕੰਬ ਗਈ ਸੀ। ਮੈਂ ਦੁਬਾਰਾ ਉਹ ਸਭ ਬਰਦਾਸ਼ਤ ਨਹੀਂ ਕਰ ਸਕਦੀ ਸੀ। ਤਾਂ ਤੁਹਾਡੀ ਮਾਂ ਮੈਨੂੰ ਨਜ਼ਰ ਆਈ ਤਾਂ ਮੈਂ ਉਹਨਾਂ ਤੋਂ ਮਦਦ ਮੰਗੀ। ਮੇਰੀ ਖੁਸ਼ਕਿਸਮਤੀ ਸੀ ਕਿ ਤੁਸੀਂ ਸਭ ਸ਼ਰੀਫ ਲੋਕ ਸੀ, ਪਰ ਜਦੋਂ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈ ਤਾਂ ਮੈਂ ਜਲਦਬਾਜ਼ੀ ਵਿੱਚ ਤੁਹਾਡਾ ਨਾਮ ਲੈ ਦਿੱਤਾ। ਜੇਕਰ ਗਰਭਵਤੀ ਹੋਣ ਵਾਲੀ ਗੱਲ ਤੁਹਾਡੀ ਮਾਂ ਨੂੰ ਪਤਾ ਨਾ ਚੱਲਦੀ ਤਾਂ ਸ਼ਾਇਦ ਮੈਂ ਇਸ ਬੱਚੇ ਨੂੰ ਕਦੇ ਵੀ ਦੁਨੀਆ ਵਿੱਚ ਨਾ ਲਿਆ ਪਾਉਂਦੀ, ਬਲਕਿ ਹੁਣ ਤੱਕ ਤਾਂ ਇਸ ਤੋਂ ਜਾਨ ਛੁਡਵਾ ਚੁੱਕੀ ਹੁੰਦੀ। ਪਰ ਹੁਣ ਮੈਨੂੰ ਇਸ ਨੂੰ ਪੈਦਾ ਕਰਨਾ ਸੀ। ਫਿਰ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਭਾਈ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ ਅਤੇ ਉਹਨਾਂ ਕੋਲ ਕੋਈ ਔਲਾਦ ਨਹੀਂ ਹੈ। ਇਸ ਲਈ ਮੈਂ ਵਿਆਹ ਵਾਲੀ ਰਾਤ ਤੁਹਾਨੂੰ ਕਿਹਾ ਸੀ ਕਿ ਇਹ ਬੱਚਾ ਆਪਣੇ ਭਾਈ ਨੂੰ ਦੇ ਦਿਓ। ਉਸ ਨੂੰ ਬਾਪ ਦਾ ਪਿਆਰ ਉਹੀ ਦੇ ਸਕਦੇ ਹਨ। ਨਾ ਮੈਂ ਉਸ ਨੂੰ ਮਾਂ ਦਾ ਪਿਆਰ ਦੇ ਸਕਦੀ ਹਾਂ ਅਤੇ ਨਾ ਹੀ ਤੁਸੀਂ ਬਾਪ ਦਾ। ਸੱਚ ਪਤਾ ਲੱਗਣ ਤੋਂ ਬਾਅਦ ਮੈਂ ਮੰਮੀ ਨੂੰ ਕਿਹਾ, ਹੁਣ ਸੱਚ ਸਾਹਮਣੇ ਆ ਚੁੱਕਾ ਹੈ। ਹੁਣ ਤੁਸੀਂ ਇਸ ਦਾ ਫੈਸਲਾ ਕਰੋ। ਮੇਰੇ ਲਈ ਇਹ ਹੀ ਬਹੁਤ ਹੈ ਕਿ ਮੈਂ ਬੇਗੁਨਾਹ ਹਾਂ। ਤੁਹਾਡੀ ਪਰਵਰਿਸ਼ ਵਿੱਚ ਕੋਈ ਖੋਟ ਨਹੀਂ ਹੈ। ਤਾਂ ਮੰਮੀ ਨੇ ਕਿਹਾ, ਇਸਨੇ ਤੇਰੇ 'ਤੇ ਇਲਜ਼ਾਮ ਲਗਾ ਕੇ ਗਲਤ ਕੀਤਾ ਹੈ। ਮੈਂ ਮੰਨਦੀ ਹਾਂ, ਪਰ ਜੋ ਇਸ ਕੁੜੀ ਨਾਲ ਹੋਇਆ ਉਸ ਵਿੱਚ ਇਸਦਾ ਤਾਂ ਕੋਈ ਕਸੂਰ ਨਹੀਂ ਹੈ ਨਾ। ਮੰਮੀ ਦੀ ਗੱਲ ਵੀ ਸਹੀ ਸੀ। ਮੈਂ ਮੰਮੀ ਦੀ ਇਸ ਗੱਲ ਨਾਲ ਸਹਿਮਤ ਸੀ, ਪਰ ਮੇਰੇ ਨਾਲ ਤਾਂ ਨਾਇਨਸਾਫ਼ੀ ਹੋਈ ਸੀ। ਜਿਸ ਦਾ ਜ਼ਿਕਰ ਮੈਂ ਮੰਮੀ ਨੂੰ ਕੀਤਾ ਤਾਂ ਉਹਨਾਂ ਨੇ ਇਹੀ ਸਮਝਾਇਆ ਕਿ ਕਿਹੜੀ ਨਾਇਨਸਾਫ਼ੀ ਹੋਈ ਹੈ। ਮੈਂ ਨਾਰਾਜ਼ ਸੀ, ਮੰਨ ਵੀ ਜਲਦੀ ਗਈ। ਤੇਰਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਨਾ। ਜੇਕਰ ਕੋਈ ਨੁਕਸਾਨ ਹੋਇਆ ਹੈ ਤਾਂ ਇਸ ਬੱਚੀ ਦਾ ਹੋਇਆ ਹੈ, ਜਿਸ ਦੀ ਇੱਜ਼ਤ ਨੂੰ ਨਿਲਾਮ ਕੀਤਾ ਗਿਆ ਅਤੇ ਇਨਸਾਫ਼ ਦਿਵਾਉਣ ਵਾਲਾ ਵੀ ਕੋਈ ਨਹੀਂ ਸੀ। ਤੇਰੇ ਭਾਈ ਕੋਲ 5 ਸਾਲਾਂ ਤੋਂ ਔਲਾਦ ਨਹੀਂ ਹੈ। ਜਿੱਥੇ ਵੀ ਬੱਚਾ ਗੋਦ ਲੈਣ ਦੀ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਹਨ, ਪਹਿਲਾਂ ਜਾਇਦਾਦ ਬੱਚੇ ਦੇ ਨਾਮ ਕਰੋ, ਅਤੇ ਉਹ ਲੋਕ ਇਹੀ ਸੋਚਦੇ ਹਨ ਕਿ ਜੇਕਰ ਰੱਬ ਨੇ ਬਾਅਦ ਵਿੱਚ ਔਲਾਦ ਦੇ ਦਿੱਤੀ ਤਾਂ ਉਸਨੂੰ ਕੀ ਦੇਣਗੇ। ਬੇਟੇ, ਤੂੰ ਨਹੀਂ ਜਾਣਦਾ ਤੇਰੇ ਵੱਡੇ ਭਾਈ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪਿਆ, ਕਿਉਂਕਿ ਪਰਮਾਤਮਾ ਉਹਨਾਂ ਦਾ ਸਬਰ ਦੇਖਣਾ ਚਾਹੁੰਦਾ ਸੀ ਅਤੇ ਉਸਨੇ ਇਸ ਬੱਚੇ ਦੀ ਸੂਰਤ ਵਿੱਚ ਉਹਨਾਂ ਨੂੰ ਔਲਾਦ ਦੇ ਦਿੱਤੀ ਹੈ। ਤੈਨੂੰ ਤਾਂ ਧੰਨਵਾਦ ਕਰਨਾ ਚਾਹੀਦਾ ਹੈ। ਸੰਸਕਾਰੀ ਪਤਨੀ ਮਿਲੀ ਹੈ ਤੈਨੂੰ, ਅਤੇ ਇਸ ਦੇ ਬਾਰੇ ਵਿੱਚ ਮੈਨੂੰ ਕੁਝ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ। ਇਹ ਤੇਰੇ ਨਾਲ ਇੱਕ ਕਮਰੇ ਵਿੱਚ ਰਹਿੰਦੀ ਹੈ। ਮੇਰੇ ਨਾਲੋਂ ਵੱਧ ਤੂੰ ਇਸ ਨੂੰ ਜਾਣਦਾ ਹੈ। ਇਹ ਕਿੰਨੀ ਚੁੱਪ ਰਹਿਣ ਵਾਲੀ ਬੱਚੀ ਹੈ। ਬਸ ਨਾ ਸਮਝੀ ਵਿੱਚ ਇਹ ਇੱਕ ਗਲਤੀ ਕਰ ਗਈ। ਇਸਨੇ ਆਪਾਂ ਤੋਂ ਸੱਚਾਈ ਨੂੰ ਲੁਕੋਈ ਰੱਖਿਆ, ਪਰ ਇਸ ਇੱਕ ਗਲਤੀ ਕਰਕੇ ਆਪਾਂ ਇਸ ਨੂੰ ਘਰ ਵਿੱਚੋਂ ਨਹੀਂ ਕੱਢ ਸਕਦੇ। ਸੋਚ, ਜੇਕਰ ਮੈਂ ਤੇਰਾ ਵਿਆਹ ਕਿਤੇ ਹੋਰ ਕਰ ਦਿੰਦੀ ਅਤੇ ਉਹ ਕੁੜੀ ਮੈਨੂੰ ਨਾਲ ਨਾ ਰੱਖਣਾ ਚਾਹੁੰਦੀ ਤਾਂ ਤੂੰ ਕੀ ਕਰਦਾ। ਸ਼ਾਇਦ ਮੈਨੂੰ ਘਰ ਤੋਂ ਵੀ ਕੱਢ ਸਕਦੀ ਸੀ। ਮੰਮੀ, ਇੰਜ ਨਾ ਕਹੋ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਗਿਆ ਹਾਂ
ਤਾਂ ਫਿਰ ਠੀਕ ਹੈ, ਆਪਣੀ ਪਤਨੀ ਨੂੰ ਮਾਫ਼ ਕਰ ਦੇ ਅਤੇ ਬੀਤੇ ਹੋਏ ਸਮੇਂ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ। ਮੈਨੂੰ ਵੀ ਮੰਮੀ ਦੀਆਂ ਗੱਲਾਂ ਠੀਕ ਲੱਗ ਰਹੀਆਂ ਸਨ। ਉਹ ਕੁੜੀ ਸੱਚਮੁੱਚ ਹੀ ਪਿਆਰ ਦੇ ਕਾਬਿਲ ਸੀ। ਮੈਂ ਸੋਚ ਲਿਆ ਸੀ ਕਿ ਕਿਸਮਤ ਨੇ ਉਸ ਨਾਲ ਜੋ ਵੀ ਬੁਰਾ ਕੀਤਾ ਸੀ, ਮੈਂ ਉਸ ਨੂੰ ਆਪਣੇ ਪਿਆਰ ਨਾਲ ਸਭ ਭੁੱਲਣ ਲਈ ਮਜਬੂਰ ਕਰ ਦੇਵਾਂਗਾ ਅਤੇ ਮੇਰਾ ਫੈਸਲਾ ਸਹੀ ਸਾਬਿਤ ਹੋਇਆ ਸੀ। ਅੱਜ ਸਾਡੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ। ਸਾਡੇ 2 ਬੱਚੇ ਵੀ ਹਨ, ਇੱਕ ਮੁੰਡਾ ਅਤੇ ਇੱਕ ਕੁੜੀ। ਦੋਸਤੋ, ਭਲਾਈ ਇਸੇ ਵਿੱਚ ਹੈ ਕਿ ਆਪਣੇ ਅੰਦਰ ਨਿਮਰਤਾ ਪੈਦਾ ਕਰੋ ਅਤੇ ਮਾਫ਼ ਕਰਨਾ ਸਿੱਖੋ। ਇਸ ਨਾਲ ਜ਼ਿੰਦਗੀ ਬਹੁਤ ਵਧੀਆ ਅਤੇ ਖੁਸ਼ਹਾਲ ਹੋ ਜਾਵੇਗੀ। ਦੋਸਤੋ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਪਤਨੀ ਨੇ ਸੱਚ ਲੁਕੋ ਕੇ ਠੀਕ ਕੀਤਾ ਸੀ? ਕੀ ਮੈਂ ਉਸ ਨੂੰ ਮਾਫ਼ ਕਰਕੇ ਸਹੀ ਕੀਤਾ, ਜਾਂ ਫਿਰ ਮੈਨੂੰ ਉਸ ਤੋਂ ਤਲਾਕ ਲੈ ਕੇ ਦੂਜਾ ਵਿਆਹ ਕਰ ਲੈਣਾ ਚਾਹੀਦਾ ਸੀ? ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ। ਅਗਲੀ ਵੀਡੀਓ ਆਉਣ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।